हेलो एवरीवन, वेलकम टू ऑल। एज यू ऑल नो कि ਅਸੀਂ पीएस ਟੈਟ ਦੀ ਤਿਆਰੀ ਕਰ ਰਹੇ ਹਾਂ। पीएस ਟੈਟ ਦੀ ਤਿਆਰੀ ਦੇ ਵਿੱਚ ਅਸੀਂ ਸਵਿਕਸ ਵਾਲਾ ਪੋਰਸ਼ਨ ਕਰ ਰਹੇ ਹਾਂ ਤੇ ਸਵਿਕਸ ਵਾਲੇ ਪੋਰਸ਼ਨ ਦੇ ਵਿੱਚ ਅਸੀਂ ਕੱਲ ਜੋ ਲੈਕਚਰ ਡਿਸਕਸ ਕੀਤਾ ਸੀ ਉਹਦੇ ਵਿੱਚ ਅਸੀਂ ਪਾਰਲੀਮੈਂਟ ਦੇ ਲੋਅਰ ਹਾਊਸ ਦੀ ਗੱਲ ਕੀਤੀ ਸੀ, ਉਹਦੇ ਵਿੱਚ ਅਸੀਂ ਲੋਕ ਸਭਾ ਦੀ ਗੱਲ ਕੀਤੀ ਸੀ, ਉਹਦੇ ਵਿੱਚ ਅਸੀਂ ਕੰਪੋਜੀਸ਼ਨ ਆਫ ਲੋਕ ਸਭਾ ਬਾਰੇ ਗੱਲ ਕੀਤੀ ਸੀ। ਠੀਕ ਹੈ, ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਜੋ ਗੱਲ ਕਰਨੀ ਹੈ ਉਹ ਕਰਨੀ ਹੈ ਕੰਪੋਜੀਸ਼ਨ ਆਫ ਰਾਜ ਸਭਾ। ਅਸੀਂ ਰਾਜ ਸਭਾ ਬਾਰੇ ਪੜ੍ਹਨਾ ਹੈ। ਅਸੀਂ ਦੇਖਣਾ ਹੈ ਕਿ ਜਿਹੜਾ ਸਾਡੇ ਇੰਡੀਆ ਦਾ ਫੈਡਰਲ ਸਿਸਟਮ ਆ, ਜਿਹੜਾ ਸਾਡੇ ਇੰਡੀਆ ਦਾ ਫੈਡਰਲ ਸਟਰਕਚਰ ਆ, ਸਾਡੇ ਇੰਡੀਆ ਦੇ ਫੈਡਰਲ ਸਟਰਕਚਰ ਦਾ ਜਿਹੜਾ ਪਹਿਲਾ ਹਾਊਸ ਆ ਉਹ ਤਾਂ ਹੈਗਾ ਲੋਕ ਸਭਾ। ਜਿਹੜਾ ਦੂਸਰਾ ਹਾਊਸ ਆ ਰਾਜ ਸਭਾ ਦੀ ਕੰਪੋਜੀਸ਼ਨ ਕੀ ਆ, ਰਾਜ ਸਭਾ ਦੇ ਵਿੱਚ ਕੀ ਕੁਛ ਆਉਂਦਾ ਹੈ, ਰਾਜ ਸਭਾ ਦੇ ਵਿੱਚ ਅਸੀਂ ਕਿਹੜੀਆਂ ਚੀਜ਼ਾਂ ਦੇਖਦੇ ਹਾਂ, ਕਿਹੜੇ ਮੰਤਰੀ ਆਉਣਗੇ, ਉਹਨਾਂ ਨੂੰ ਵੋਟਾਂ ਕੌਣ ਪਾ ਰਿਹਾ, ਉਹ ਸਾਰਾ ਕੁਛ ਅਸੀਂ ਰਾਜ ਸਭਾ ਦੇ ਵਿੱਚ ਦੇਖਣਾ ਹੈ। ਕੰਪੋਜੀਸ਼ਨ ਆਫ ਰਾਜ ਸਭਾ। ਸੋ ਪਾਰਲੀਮੈਂਟ ਦਾ ਜਿਹੜਾ ਅੱਪਰ ਹਾਊਸ ਆ ਉਹਨੂੰ ਅਸੀਂ ਰਾਜ ਸਭਾ ਕਹਿੰਦੇ ਹਾਂ। ਰਾਜ ਸਭਾ ਹੈ ਜਿਹੜਾ ਇਹ ਪਾਰਲੀਮੈਂਟ ਦਾ ਅੱਪਰ ਹਾਊਸ ਹੁੰਦਾ ਹੈ। ਤੇ ਹੁਣ ਦੂਸਰਾ ਕੁਐਸਚਨ ਗਾਇਸ ਤੁਹਾਡੇ ਲਈ ਇਹ ਆ ਕਿ ਤੁਸੀਂ ਮੈਨੂੰ ਦੱਸੋਗੇ ਲੋਕ ਸਭਾ ਤੇ ਰਾਜ ਸਭਾ ਇਹਨਾਂ ਦੋਨਾਂ ਦੇ ਵਿੱਚੋਂ ਜ਼ਿਆਦਾ ਪਾਵਰਫੁਲ ਕੌਣ ਆ? ਲੋਕ ਸਭਾ ਤੇ ਰਾਜ ਸਭਾ ਇਹਨਾਂ ਦੋਨਾਂ ਦੇ ਵਿੱਚੋਂ ਜ਼ਿਆਦਾ ਪਾਵਰਫੁਲ ਕੌਣ ਆ? ਠੀਕ ਹੈ, ਇਹ ਤੁਸੀਂ ਮੈਨੂੰ ਦੱਸੋਗੇ। ਅੱਛਾ, ਹੁਣ ਆਪਾਂ ਨੇ ਜਿਹੜੀ ਅਗਲੀ ਚੀਜ਼ ਕਰਨੀ ਆ ਉਹ ਰਾਜ ਸਭਾ ਦੇ ਮੈਂਬਰਸ, ਰਾਜ ਸਭਾ ਦੇ ਜਿਹੜੇ ਮੈਂਬਰਸ ਨੇ ਉਹਨਾਂ ਦੀ ਜਿਹੜੀ ਮੈਕਸਿਮਮ ਗਿਣਤੀ ਹੋ ਸਕਦੀ ਆ ਉਹ ਹੁੰਦੀ ਆ 250। ਜਿਹੜੀ ਮੈਕਸਿਮਮ ਗਿਣਤੀ ਹੁੰਦੀ ਆ ਉਹ ਹੁੰਦੀ ਆ 250 ਤੇ 250 ਵੀ ਅੱਗੇ ਡਿਵਾਈਡ ਹੁੰਦੇ ਨੇ 238 ਪਲੱਸ 12। 238 ਨੇ ਜਿਹੜੇ ਇਹ ਇਲੈਕਟਡ ਕੈਂਡੀਡੇਟ ਹੁੰਦੇ ਨੇ, ਇਹ ਇਲੈਕਟਡ ਐਮਪੀ ਹੁੰਦੇ ਨੇ, ਤੇ ਜਿਹੜੇ 12 ਹੁੰਦੇ ਨੇ ਇਹ ਨੋਮੀਨੇਟਡ ਹੁੰਦੇ ਨੇ। ਠੀਕ ਹੈ, ਮੈਕਸਿਮਮ ਜਿਹੜੀ ਗਿਣਤੀ ਆ ਉਹ ਹੈਗੀ ਹੈ 250। 250 ਦੇ ਵਿੱਚੋਂ 238 ਇਲੈਕਟਡ ਹੁੰਦੇ ਨੇ ਤੇ 12 ਨੋਮੀਨੇਟਡ ਹੁੰਦੇ ਨੇ। ਬਟ ਜਦੋਂ ਅਸੀਂ ਗੱਲ ਕਰਦੇ ਹਾਂ ਐਟ ਪ੍ਰੈਜ਼ੈਂਟ ਦੀ, ਇਸ ਸਮੇਂ ਮੈਕਸਿਮਮ ਤਾਂ 250 ਨੇ, ਬਟ ਇਸ ਸਮੇਂ ਕਿੰਨੇ ਨੇ ਸਾਡੇ ਇੱਥੇ? ਇਸ ਸਮੇਂ ਕਿੰਨੇ ਮੈਂਬਰ ਨੇ ਰਾਜ ਸਭਾ ਦੇ? ਇਸ ਸਮੇਂ ਰਾਜ ਸਭਾ ਦੇ ਮੈਂਬਰ ਹੈਗੇ ਨੇ 245 ਤੇ 245 ਦੀ ਜਿਹੜੀ ਡਿਵੀਜ਼ਨ ਹੋਈ ਆ ਉਹ ਹੋਈ ਆ 233 ਪਲੱਸ 12। 12 ਜਿਹੜੇ ਮੈਂਬਰ ਨੇ ਨੋਮੀਨੇਟਡ ਬਾਏ ਪ੍ਰੈਜ਼ੀਡੈਂਟ ਨੇ, ਨੋਮੀਨੇਟਡ ਬਾਏ ਪ੍ਰੈਜ਼ੀਡੈਂਟ ਨੇ, ਤੇ ਜਿਹੜੇ ਆ 233 ਮੈਂਬਰ ਨੇ ਇਹ ਹੁੰਦੇ ਨੇ ਇਲੈਕਟਡ। ਹੁਣ ਅਗਲੀ ਚੀਜ਼ ਸਰਪੰਚਾਂ ਦੀਆਂ ਜਾਂ ਫਿਰ ਐਮਸੀਆਂ ਦੇ ਇਲੈਕਸ਼ਨ ਹੋ ਰਹੇ ਨੇ। ਸਾਨੂੰ ਪਤਾ ਹੁੰਦਾ ਹੈ ਕਿਉਂਕਿ ਅਸੀਂ ਵੋਟਾਂ ਪਾਉਣੇ ਆ। ਐਮਐਲਏ ਦੇ ਇਲੈਕਸ਼ਨ ਹੋ ਰਹੇ ਨੇ, ਸਾਨੂੰ ਪਤਾ ਹੁੰਦਾ ਹੈ ਕਿਉਂਕਿ ਅਸੀਂ ਵੋਟਾਂ ਪਾਉਣੇ ਆ। ਐਮਪੀ ਆਫ ਲੋਕ ਸਭਾ ਇਲੈਕਸ਼ਨ ਹੋ ਰਹੇ ਹੁੰਦੇ ਨੇ, ਸਾਨੂੰ ਪਤਾ ਹੁੰਦਾ ਕਿਉਂਕਿ ਅਸੀਂ ਵੋਟਾਂ ਪਾਉਣੇ ਆ। ਪਰ ਕੀ ਕਦੇ ਤੁਸੀਂ ਸੁਣਿਆ ਹੈ ਕਿ ਜੀ ਰਾਜ ਸਭਾ ਦੇ ਇਲੈਕਸ਼ਨ ਹੋ ਰਹੇ ਨੇ ਤੇ ਅਸੀਂ ਜਾ ਕੇ ਵੋਟ ਪਾ ਕੇ ਆਉਣੀ ਆ? ਰਾਜ ਸਭਾ ਦੇ ਇਲੈਕਸ਼ਨ ਹੋ ਰਹੇ ਨੇ ਤੇ ਅਸੀਂ ਜਾ ਕੇ ਵੋਟ ਪਾ ਕੇ ਆਉਣੀ ਆ, ਕਦੇ ਸੁਣਿਆ ਤੁਸੀਂ? ਨਹੀਂ ਸੁਣਿਆ ਹੈਗਾ। ਕਿਉਂ? ਕਿਉਂਕਿ ਇਹਨਾਂ ਦੇ ਜਿਹੜੇ ਇਲੈਕਸ਼ਨ ਨੇ ਉਹ ਇਨਡਾਇਰੈਕਟ ਹੁੰਦੇ ਨੇ। ਹੁਣ ਯਾਦ ਕਰੋ ਆਪਣੇ ਪਿਛਲੇ ਲੈਕਚਰਸ, ਪਿਛਲੇ ਕਿਸੇ ਇੱਕ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੇ ਇਲੈਕਸ਼ਨ ਹੁੰਦੇ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ। ਜਿਹੜੇ ਇਲੈਕਸ਼ਨ ਹੁੰਦੇ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਨੂੰ ਅਸੀਂ ਡਾਇਰੈਕਟ ਕਹਿ ਦਿੰਦੇ ਹੁੰਦੇ ਆ, ਇੱਕ ਨੂੰ ਅਸੀਂ ਇਨਡਾਇਰੈਕਟ ਕਹਿ ਦਿੰਦੇ ਹੁੰਦੇ ਆ। ਜਿਹੜੇ ਡਾਇਰੈਕਟ ਇਲੈਕਸ਼ਨ ਹੁੰਦੇ ਨੇ ਉਹਦੇ ਵਿੱਚ ਪੀਪਲ ਡਾਇਰੈਕਟ ਪਾਰਟਿਸਿਪੇਟ ਕਰਦੇ ਨੇ, ਪਾਰਟਿਸਿਪੇਸ਼ਨ ਆਫ ਪੀਪਲ, ਲੋਕ ਡਾਇਰੈਕਟ ਪਾਰਟਿਸਿਪੇਟ ਕਰਦੇ ਨੇ। ਬਟ ਜਿਹੜੇ ਇਨਡਾਇਰੈਕਟ ਇਲੈਕਸ਼ਨ ਹੁੰਦੇ ਨੇ ਉਹਦੇ ਵਿੱਚ ਲੋਕ ਪਾਰਟਿਸਿਪੇਟ ਨਹੀਂ ਕਰਦੇ, ਬਲਕਿ ਲੀਡਰਸ, ਬਲਕਿ ਰਿਪਰੈਜ਼ੈਂਟੇਟਿਵਸ ਪਾਰਟਿਸਿਪੇਟ ਕਰਦੇ ਨੇ। ਠੀਕ ਹੈ, ਹੁਣ ਸਵਾਲ ਇੱਥੇ ਇਹ ਆ ਕਿ ਜਿਹੜੇ ਇਲੈਕਟਡ ਮੈਂਬਰਸ ਨੇ ਜਾਂ ਫਿਰ ਸਿੰਪਲੀ ਜਿਹੜੀ ਰਾਜ ਸਭਾ ਦੇ ਮੈਂਬਰ ਨੇ, ਰਾਜ ਸਭਾ ਦੇ ਮੈਂਬਰਸ ਨੂੰ ਵੋਟਾਂ ਕੌਣ ਪਾਉਂਦਾ? ਇਹ ਗੱਲ ਖਤਮ।
ਸਾਡਾ ਸਿੰਪਲ ਕੁਐਸਚਨ ਇਹ ਬਣੂਗਾ ਪੇਪਰ ਵਾਸਤੇ ਕਿ ਰਾਜ ਸਭਾ ਦੇ ਮੈਂਬਰਸ ਨੂੰ ਵੋਟਾਂ ਕੌਣ ਪਾਉਂਦਾ ਹੈ। ਠੀਕ ਹੈ, ਰਾਜ ਸਭਾ ਦੇ ਮੈਂਬਰਸ ਨੂੰ ਵੋਟਾਂ ਸਾਡੇ ਦੁਆਰਾ ਚੁਣੇ ਗਏ ਜਿਹੜੇ ਰਿਪਰੈਜ਼ੈਂਟੇਟਿਵ ਹੁੰਦੇ ਨੇ ਸਾਡੀ ਸਟੇਟ ਦੇ, ਮਤਲਬ ਕਿ ਸਾਡੇ ਦੁਆਰਾ ਚੁਣੇ ਗਏ ਐਮਐਲਏ ਵੋਟਾਂ ਪਾਉਂਦੇ ਨੇ। ਸਾਡੇ ਦੁਆਰਾ ਚੁਣੇ ਗਏ ਓਨਲੀ ਐਮਐਲਏ, ਐਮਪੀ ਨਹੀਂ, ਸਿਰਫ ਐਮਐਲਏ ਵੋਟਾਂ ਪਾਉਂਦੇ ਨੇ। ਇਸ ਚੀਜ਼ ਦਾ ਧਿਆਨ ਰੱਖਿਓ। ਇਹਦੇ ਨਾਲ ਇੱਕ ਵਰਡ ਹੋਰ ਜੋੜ ਲਿਓ, ਇਲੈਕਟਡ ਐਮਐਲਏ। ਇਲੈਕਟਡ ਜਿਹੜੇ ਐਮਐਲਏ ਨੇ ਉਹੀ ਵੋਟ ਪਾਉਂਦੇ ਨੇ, ਇਲੈਕਟਡ ਜਿਹੜੇ ਰਿਪਰੈਜ਼ੈਂਟੇਟਿਵ ਨੇ ਉਹੀ ਵੋਟ ਪਾਉਂਦੇ ਨੇ ਇਨਡਾਇਰੈਕਟ ਕਿਹਨੂੰ? ਰਾਜ ਸਭਾ ਦੇ ਐਮਪੀਜ਼ ਨੂੰ। ਅੰਡਰਸਟੈਂਡ? ਇੱਥੇ ਤੱਕ ਤੁਹਾਨੂੰ ਸਮਝ ਆ ਗਿਆ। ਇਸ ਤੋਂ ਬਾਅਦ ਸਾਨੂੰ ਇੱਕ ਛੋਟੀ ਜਿਹੀ ਹੋਰ ਡਿਸਕਸ਼ਨ ਕਰਨੀ ਹੈ, ਆਪਣੀ ਪਹਿਲਾਂ ਰਹਿ ਗਈ ਸੀਗੀ। ਆਪਣੇ ਕੋਲੇ ਟੋਟਲ ਗਿਣਤੀ ਕਿੰਨੀ ਆ? 245। 245 ਦੇ ਵਿੱਚੋਂ ਆਪਾਂ ਦੇਖਿਆ 233 ਪਲੱਸ 12। 245 ਚ ਆਪਾਂ ਦੇਖਿਆ 233 ਪਲੱਸ 12, ਤੇ ਜਿਹੜੀ ਇਹ 233 ਆ, 233 ਦੇ ਵਿੱਚੋਂ ਸਟੇਟਸ ਤੋਂ ਆਪਣੇ ਕੋਲੇ ਆਉਣਗੇ 229 ਐਮਪੀ। ਸਾਰੀਆਂ ਸਟੇਟਸ ਤੋਂ ਮਿਲਾ ਕੇ ਆਪਣੇ ਕੋਲੇ ਆਉਣਗੇ 229 ਐਮਪੀ, ਤੇ ਜਿਹੜੇ 4 ਐਮਪੀ ਨੇ ਉਹ ਹੁੰਦੇ ਨੇ ਫਰੋਮ ਯੂਟੀਜ਼। ਆਪਣੇ ਕੋਲੇ 2 ਯੂਟੀਜ਼ ਨੇ, ਇੱਕ ਦਿੱਲੀ ਇੱਕ ਪੁਡੂਚੇਰੀ। ਆਪਣੇ ਕੋਲੇ 2 ਯੂਟੀਜ਼ ਨੇ, ਇੱਕ ਦਿੱਲੀ ਇੱਕ ਪੁਡੂਚੇਰੀ। ਇਹ ਦੋਨੋਂ ਯੂਟੀਜ਼ ਉਹ ਵਾਲੀਆਂ ਯੂਟੀਜ਼ ਨੇ ਜਿੱਥੇ ਬਾਕਾਇਦਾ ਸੀਐਮ ਬਣਦਾ ਹੈ, ਜਿੱਥੇ ਬਾਕਾਇਦਾ ਇਲੈਕਸ਼ਨ ਹੁੰਦੇ ਨੇ। ਠੀਕ ਹੈ, ਜਿੱਥੇ ਐਮਐਲਏ ਖੜਦੇ ਨੇ। ਇਸ ਕਰਕੇ ਇਹ ਵਾਲੇ ਲੋਕ ਇਹ ਇੱਥੇ ਵੀ ਆਪਣੇ 4 ਐਮਪੀ ਬਣਦੇ ਨੇ ਰਾਜ ਸਭਾ ਦੇ। ਆਈ ਹੋਪ ਕਿ ਤੁਹਾਨੂੰ ਇੱਥੇ ਤੱਕ ਸਾਰੀ ਅੰਡਰਸਟੈਂਡਿੰਗ ਹੋ ਗਈ ਹੋਊਗੀ। ਇਸ ਤੋਂ ਬਾਅਦ ਆਪਾਂ ਅੱਗੇ ਡਿਸਕਸ਼ਨ ਕਰਦੇ ਹਾਂ। ਇਸ ਤੋਂ ਬਾਅਦ ਗਾਇਸ ਸਾਡੇ ਕੋਲ ਆ ਰਿਹਾ ਹੈ ਕਿ ਰਾਜ ਸਭਾ ਦੇ ਜਿਹੜੇ 233 ਮੈਂਬਰ ਨੇ ਉਹ ਇਨਡਾਇਰੈਕਟ ਤਰੀਕੇ ਨਾਲ ਚੂਜ਼ ਹੁੰਦੇ ਨੇ, ਹੈ ਨਾ, ਤੇ ਉਹਨਾਂ ਨੂੰ ਵੋਟਾਂ ਕੌਣ ਪਾਉਂਦਾ ਹੈ? ਆਪਣੇ ਚੁਣੇ ਹੋਏ ਐਮਐਲਏ ਵੋਟਾਂ ਪਾਉਂਦੇ ਨੇ। ਇਸ ਤੋਂ ਬਾਅਦ ਇੱਕ ਚੀਜ਼ ਹੋਰ ਤੁਹਾਨੂੰ ਦੇਖਣੀ ਆ ਕਿ ਜਿਹੜੀ ਇਹਨਾਂ ਨੂੰ ਵੋਟ ਮਤਲਬ ਵੋਟਾਂ ਕਿਸ ਤਰੀਕੇ ਨਾਲ ਪਾਈਆਂ ਜਾਂਦੀਆਂ ਨੇ। ਵੋਟਾਂ ਪਾਈਆਂ ਜਾਂਦੀਆਂ ਨੇ ਸਿੰਗਲ ਟ੍ਰਾਂਸਫਰਏਬਲ ਸਿਸਟਮ। 2 ਤਰ੍ਹਾਂ ਦਾ ਸਿਸਟਮ ਹੁੰਦਾ, ਫਸਟ ਪਾਸਟ ਦਾ ਪੋਸਟ FPTP। FPTP ਆਪਣੀ ਆਮ ਲੋਕਾਂ ਦੀ ਭਾਸ਼ਾ ਦੇ ਵਿੱਚ ਡਾਇਰੈਕਟ ਇਲੈਕਸ਼ਨ, ਜਿਹੜੇ ਲੋਕ ਜਾ ਕੇ ਪਾਉਂਦੇ ਨੇ। ਇਹਦੀ ਫੁੱਲ ਫਾਰਮ ਹੈਗੀ ਆ ਫਸਟ ਪਾਸਟ ਦਾ ਪੋਸਟ, ਤੇ ਦੂਸਰੀ ਹੈਗੀ ਆ ਸਿੰਗਲ ਟ੍ਰਾਂਸਫਰਏਬਲ ਸਿਸਟਮ, ਸਿੰਪਲੀ ਇਨਡਾਇਰੈਕਟ। ਇਹ ਹੁੰਦਾ ਕੀ ਹੈ? FPTP ਕੀ ਹੁੰਦਾ ਹੈ ਜਾਂ ਫਿਰ ਸਿੰਗਲ ਟ੍ਰਾਂਸਫਰਏਬਲ ਸਿਸਟਮ ਕੀ ਹੁੰਦਾ ਹੈ? ਅਗਰ ਜ਼ਰੂਰਤ ਪੈਂਦੀ ਹੈ ਤਾਂ ਆਪਾਂ ਇਹਦੀ ਅਲੱਗ ਤੋਂ ਵੀਡੀਓ ਬਣਾ ਦਾਂਗੇ। ਮਤਲਬ ਅਗਰ ਤੁਸੀਂ ਸਮਝਣਾ ਚਾਹੁੰਦੇ ਹੋ, ਅਦਰਵਾਈਜ਼ ਪੇਪਰ ਦੇ ਵਿੱਚ ਇਹ ਕੁਐਸਚਨ ਕਦੇ ਵੀ ਨਹੀਂ ਆਊਗਾ ਕਿ ਸਿਸਟਮ ਕੀ ਹੁੰਦਾ ਹੈ। ਤੁਹਾਨੂੰ ਜਸਟ ਇਹ ਕੁਐਸਚਨ ਆਊਗਾ ਪੇਪਰ ਦੇ ਵਿੱਚ ਕਿ ਕਿਸ ਤਰੀਕੇ ਨਾਲ ਵੋਟਾਂ ਪਾਈਆਂ ਜਾਂਦੀਆਂ ਨੇ, FPTP ਨਾਲ ਜਾਂ ਸਿੰਗਲ ਟ੍ਰਾਂਸਫਰਏਬਲ ਸਿਸਟਮ ਦੇ ਨਾਲ। ਸੋ ਜਿਹੜੇ ਵੀ ਇਨਡਾਇਰੈਕਟ ਇਲੈਕਸ਼ਨ ਹੁੰਦੇ ਨੇ, ਚਾਹੇ ਉਹ ਪ੍ਰੈਜ਼ੀਡੈਂਟ ਦੇ ਹੋਣ, ਚਾਹੇ ਉਹ ਵਾਈਸ ਪ੍ਰੈਜ਼ੀਡੈਂਟ ਦੇ ਹੋਣ, ਚਾਹੇ ਉਹ ਰਾਜ ਸਭਾ ਦੇ ਮੈਂਬਰਸ ਦੇ ਹੋਣ, ਜਿਹੜੇ ਵੀ ਇਨਡਾਇਰੈਕਟ ਇਲੈਕਸ਼ਨ ਹੁੰਦੇ ਨੇ ਉਹਨਾਂ ਦੇ ਵਿੱਚ ਸਿੰਗਲ ਟ੍ਰਾਂਸਫਰਏਬਲ ਸਿਸਟਮ ਆ ਜਿਹੜਾ ਉਹ ਇਸਤੇਮਾਲ ਕੀਤਾ ਜਾਂਦਾ ਹੈ, ਜਿਹਦੇ ਵਿੱਚ ਲੋਕ ਖੁਦ ਪਾਰਟਿਸਿਪੇਟ ਕਰਦੇ ਨੇ ਇਲੈਕਸ਼ਨ ਦੇ ਵਿੱਚ। ਉੱਥੇ FPTP ਵਾਲਾ ਜਿਹੜਾ ਸਿਸਟਮ ਆ ਉਹ ਯੂਜ਼ ਕੀਤਾ ਜਾਂਦਾ ਹੈ। ਠੀਕ ਹੈ, ਹੋਪ ਕਿ ਤੁਹਾਨੂੰ ਇਹ ਵੀ ਸਮਝ ਆ ਗਿਆ ਹੋਊਗਾ। ਇਸ ਤੋਂ ਬਾਅਦ ਸਾਡੇ ਕੋਲੇ ਅਗਲਾ ਜੋ ਸਿਸਟਮ ਆ ਰਿਹਾ ਉਹ ਆ ਰਿਹਾ ਕਿ ਵੀ ਜਿਹੜੇ ਰਾਜ ਸਭਾ ਦੇ ਮੈਂਬਰਸ ਨੇ, ਕਿਵੇਂ ਪਤਾ ਲੱਗੂਗਾ ਕਿ ਕਿਹੜੀ ਸਟੇਟ ਤੋਂ ਕਿੰਨੇ ਮੈਂਬਰ ਆਉਣਗੇ, ਕਿਹੜੀ ਸਟੇਟ ਤੋਂ ਕਿੰਨੇ ਮੈਂਬਰ ਆਉਣਗੇ? ਆਪਾਂ ਨੇ ਪਹਿਲਾਂ ਗੱਲ ਕੀਤੀ ਹੈ ਨਾ ਕਿ 233 ਦੇ ਵਿੱਚੋਂ 229 ਹੈਗੇ ਨੇ ਸਟੇਟਸ ਤੋਂ ਤੇ 4 ਹੈਗੇ ਨੇ। ਮਤਲਬ ਕਿ ਸਾਨੂੰ ਕਿਵੇਂ ਪਤਾ ਚੱਲੇਗਾ ਕਿ ਕਿਹੜੀ ਸਟੇਟ ਨੂੰ ਕਿੰਨੀਆਂ ਜਿਹੜੀਆਂ MP ਦੀਆਂ ਸੀਟਸ ਨੇ, ਰਾਜ ਸਭਾ ਦੇ MP ਦੀਆਂ ਸੀਟਸ ਨੇ ਉਹ ਅਲਾਉਡ ਕੀਤੀਆਂ ਗਈਆਂ ਨੇ? ਇਹ ਗਾਇਸ ਸਾਰਾ ਕੁਝ ਡਿਪੈਂਡ ਕਰਦਾ ਹੁੰਦਾ ਹੈ ਕਿ ਕਿਸ ਰਾਜ ਦੇ ਵਿੱਚ, ਕਿਸ ਰਾਜ ਦੇ ਵਿੱਚ, ਕਿਸ ਸਟੇਟ ਦੇ ਵਿੱਚ ਕਿੰਨੀ ਜ਼ਿਆਦਾ ਪੋਪੂਲੇਸ਼ਨ ਆ। ਜਿੰਨੀ ਜ਼ਿਆਦਾ ਪੋਪੂਲੇਸ਼ਨ ਹੋਗੀ ਉਸ ਹਿਸਾਬ ਦੇ ਨਾਲ MP ਦੀਆਂ ਸੀਟਾਂ ਦੀ ਡਿਵੀਜ਼ਨ ਹੁੰਦੀ ਆ। ਉਸ ਹਿਸਾਬ ਦੇ ਨਾਲ ਜਿਹੜੇ MP ਨੇ ਉਹ ਅਲੱਗ-ਅਲੱਗ ਸਟੇਟਸ ਨੂੰ ਦਿੱਤੇ ਜਾਂਦੇ ਹੁੰਦੇ ਨੇ। ਜਿਵੇਂ ਅਗਰ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ 7 MP ਨੇ। ਠੀਕ ਹੈ,
पंजाब दे विच 7 MP ने जिहड़े दिते गए ने राज्य सभा दे। इस तो बाद अपने सारी गल कर ली आ वाले 233 मैंबर्स की। हुण अपने गल करनी है वो वाले 12 लोगों की जिहड़े अपॉइंट किए जाते हैं बाया प्रेजिडेंट, जिन्होंने अपॉइंट कौन करता है, जिन्होंने प्रेजिडेंट अपॉइंट करता है। ठीक है, प्रेजिडेंट 12 लोगों को अपॉइंट करता, तो किहड़े 12 लोगों को अपॉइंट करूगा, जिहड़े आर्ट दे विच, जिहड़े सोशल साइंस दे विच, मतलब सोशल वर्कर दे विच, सर्विसेज दे विच, साइंस दे विच या किसी भी होर फील्ड दे विच जिहड़ा मतलब प्रोमिनेंट फील्ड होवे। 4 फील्ड ने अपने कोले, लिटरेचर आ, साइंस आ, आर्ट आ ते सोशल सर्विस आ। ये 4 फील्ड दे विचों किसी नूं भी जिहड़ा एक्सट्राऑर्डिनरी नॉलेज रखदा होवे या उहदियां अचीवमेंट्स बहुत ज़्यादा होण, उन्हां नूं जिहड़ा प्रेजिडेंट आ ओह नॉमिनेट करदा हुंदा एज MP ऑफ राज्य सभा। टोटल 12 मैंबर होंदे ने, 12 MP होंदे ने जिहड़े राज्य सभा दे विच प्रेजिडेंट द्वारा नॉमिनेट किए जाते हैं। अंडरस्टैंड। इस तो बाद साडे कोल आ रही है ड्यूरेशन। हुण इत्थे तुहानूं कन्फ्यूजन होगी अगर तक क्वेश्चन आ रहा कि राज्य सभा की ड्यूरेशन कितनी आ, जिवें अपने लोक सभा की गल की सीगी, लोक सभा की ड्यूरेशन कितनी आ 5 साल जी। उसी तरीके नाल तुहानूं अगर क्वेश्चन आ रहा कि राज्य सभा की ड्यूरेशन कितनी आ, राज्य सभा दे विच राज्य सभा कितने साल वास्ते रहिंदी आ, तां इह रहिंदी आ हमेशा वास्ते, इहदी कोई ड्यूरेशन नहीं हैगी। मतलब कि राज्य सभा कदे भी भंग नहीं हुंदी, राज्य सभा कदे भी भंग नहीं हुंदी। तो फिर हुण हो सकदा तुहाडे दिमाग 'च सवाल आउंदा होवे कि सर जिहड़े मैंबर एक बार चूज हो गए मतलब फिर वही बने रहंदे ने, ये भी नहीं हैगा, मैंबर चेंज होंदे ने। तो फिर सिस्टम की आ बई, सिस्टम गाइज यह आ, सवाल देखो राज्य सभा की ड्यूरेशन की आ, की राज्य सभा भंग होंदी आ, राज्य सभा भंग नहीं होंदी, राज्य सभा की ड्यूरेशन अनलिमिटेड आ। बट राज्य सभा के मैंबर की ड्यूरेशन की आ, राज्य सभा का जिहड़ा मैंबर आ ओह 6 साल वास्ते चूज किया जाता है, ओह 6 साल वास्ते चूज किया जाता है, 6 साल तो बाद वह रिटायर हो जाता है। तो फिर इतने फिर तुहाडा सवाल बनता है कि अगर वो 6 साल बाद रिटायर हो जाता है तो फिर हमेशा किवें रहूगी, इत्थे भी तो इलैक्शन करवाने पैणगे। तो गाइस इत्थे हुण तुसीं एक सिस्टम तुहानूं समझना पऊगा, वो सिस्टम किवें है बहुत ध्यान नाल समझ लिओ। कन्फ्यूजिंग आ थोड़ी जी, अक्सर बच्चे नूं जिहड़ी ये चीज़ समझ नहीं आउंदी गी, बहुत ध्यान नाल समझना है तुसीं। देखो होगा कि 2000 फॉर एग्जाम्पल 2018 दे विच राज्य सभा के मैंबर चूज किए गए, वो कदों तक रहेंगे 2024 तक। 18 दे विच आपां 6 साल ऐड करते 2024 तक रहेंगे। हुण इत्थे की हुंदा है जिहड़े अगले इलैक्शन होणगे राज्य सभा दे वो 2020 दे विच होणगे, 2 साल बाद। क्यों बई? क्योंकि राज्य सभा के जिहड़े 245 मैंबर ने या फिर 233 के लिए 12 तो नॉमिनेट होंदे ने, जिहड़े 233 मैंबर ने राज्य सभा दे ओह उन्हां दे विचों 1/3 मतलब कि तीसरा हिस्सा हुण तुसीं आपे हिसाब ज ला लो कि 100 का तीसरा हिस्सा 33, फिर 100 का तीसरा हिस्सा 33 ते फिर 33 का तीसरा हिस्सा 11, 33 और 33 66, 66 ते 11 77, लगभग हर 2 साल बाद 77 बंदियां दे इलैक्शन होंदे ने। देखो हुण ध्यान नाल, अगले 2 साल बाद इलैक्शन होणगे, कदों रिटायर होए 2026 दे विच, फिर 2 साल बाद इलैक्शन होए, कदों रिटायर होणगे 2022 च इलैक्शन होए, कदों रिटायर होए है 2028 दे विच। हुण इत्थे देखो ध्यान नाल, हुण इत्थे देखो ध्यान नाल, इत्थे की देखना है 2018 वाला कदों रिटायर होगा 2024, मतलब अगले जिहड़े इलैक्शन हो रहे ने 2024 होणगे, तो जिहड़ा आह वाला 2024 बंदा रिटायर होया इहदी जगह ते नवें बंदे आ जाणगे। जिहड़ा आह 2026 वाला है 2026 जो इलैक्शन होणगे इहदी जगह ते नवें बंदे आ जाणगे, 2028 जो इलैक्शन होणगे इहदी जगह ते नवें बंदे आ जाणगे। मतलब सिस्टम इदां ही चलदा रहूगा, हर 2 साल बाद सिर्फ 1/3 जिहड़े लोग ने, सिर्फ 1/3 जिहड़े MP ने ओह चेंज होंदे रहणगे हर 2 साल बाद। मतलब कि जदों 2018 च इलैक्शन होए 2024 दे विच जो रिटायर होणगे, 2020 दे विच 18 वालियां नूं 2 साल हो जाणगे, 2022 दे विच 18 वालियां नूं
4 ਸਾਲ ਹੋ ਜਾਣਗੇ। 2024 ਦੇ ਵਿੱਚ 18 ਵਾਲਿਆਂ ਦੇ ਇਲੈਕਸ਼ਨ ਹੋਣਗੇ ਕਿਉਂਕਿ ਇਹਨਾਂ ਨੂੰ 6 ਸਾਲ ਹੋ ਗਏ ਨੇ। ਓਕੇ, ਹੁਣ ਅਗਲਾ ਸਵਾਲ ਇਹ ਵੀ ਤੁਹਾਡਾ ਸਵਾਲ ਬਣ ਸਕਦਾ ਹੈ ਕਿ ਸਰ ਸਾਨੂੰ ਕਿਵੇਂ ਪਤਾ ਚੱਲੂਗਾ ਜਾਂ ਫਿਰ 2-2 ਸਾਲ ਦਾ ਸਿਸਟਮ ਕਦੋਂ ਸ਼ੁਰੂ ਹੋਇਆ ਹੋਊਗਾ, ਕਿਵੇਂ ਸ਼ੁਰੂ ਹੋਇਆ ਹੋਊਗਾ? ਕਿਉਂਕਿ ਜਿਹੜੇ ਪਹਿਲੇ ਇਲੈਕਸ਼ਨ ਹੋਏ ਨੇ ਉਹਦੇ ਵਿੱਚ ਤਾਂ 245 ਇਕੱਠੇ ਹੀ ਆਏ ਹੋਣਗੇ ਨਾ। ਜਿਹੜੇ ਪਹਿਲੇ ਇਲੈਕਸ਼ਨ ਹੋਏ 1952 ਚ ਜਿਹੜੇ ਇਲੈਕਸ਼ਨ ਹੋਏ ਹੋਣਗੇ ਉਹਦੇ ਵਿੱਚ ਤਾਂ 245 ਇਕੱਠੇ ਹੀ ਆਏ ਹੋਣਗੇ। ਫਿਰ ਇਹ 2-2 ਸਾਲ ਬਾਅਦ ਕਿੱਦਾਂ, ਮਤਲਬ ਸਿਸਟਮ ਕਿਵੇਂ ਬਣਿਆ? ਤਾਂ ਗਾਇਜ਼ ਇੱਥੇ ਇਹ ਚੀਜ਼ ਆ ਕਿ ਜਿਹੜੇ ਸਟਾਰਟਿੰਗ ਦੇ ਵਿੱਚ ਨਾ, ਸਟਾਰਟਿੰਗ ਜਿਹੜੇ ਇਲੈਕਸ਼ਨ ਹੋਏ ਸੀਗੇ 1952 ਦੇ ਵਿੱਚ, ਉਦੋਂ ਇਸ ਸਿਸਟਮ ਨੂੰ ਕੰਟੀਨਿਊ ਕਰਨ ਵਾਸਤੇ ਜਾਂ ਇਸ ਸਿਸਟਮ ਨੂੰ ਮੇਨਟੇਨ ਕਰਨ ਵਾਸਤੇ ਕੀ ਹੋਇਆ ਸੀਗਾ, 1952 ਤੋਂ ਬਾਅਦ 2-2 ਸਾਲ ਬਾਅਦ ਜਿਹੜੇ ਲੀਡਰ ਸੀਗੇ ਉਹ ਵਲੰਟੀਅਰੀ ਆਪਣੇ ਆਪ ਨੂੰ ਉਹਨਾਂ ਨੇ ਰਿਟਾਇਰਮੈਂਟ ਲੈਣੀ ਸੀ ਤਾਂ ਕਿ ਸਿਸਟਮ ਕੰਟੀਨਿਊ ਹੋ ਸਕੇ। ਠੀਕ ਹੈ, ਅੱਜ ਕੱਲ ਕੌਣ ਰਿਟਾਇਰਮੈਂਟ ਲੈਂਦਾ ਹੈ? ਉਦੋਂ ਸਿਸਟਮ ਸਾਨੂੰ ਅੱਛਾ ਚਲਾਉਣਾ ਸੀਗਾ, ਇਸ ਕਰਕੇ ਰਿਟਾਇਰਮੈਂਟ ਲੈ ਲੈਂਦੇ ਸੀਗੇ ਉਹ ਤਾਂ ਕਿ ਸਿਸਟਮ ਚਲਾ ਸਕੇ। ਦੁਬਾਰਾ ਵੋਟਾਂ 'ਚ ਖੜ ਸਕਦਾ ਹੈਗਾ, ਦੁਬਾਰਾ ਜਾ ਜਾਊਗਾ ਪਾਵਰ ਦੇ ਵਿੱਚ, ਬਟ ਇੱਕ ਸਿਸਟਮ ਤਾਂ ਚੱਲ ਪਊਗਾ ਨਾ। ਸੋ ਇਹ ਇੱਕ ਸਿਸਟਮ ਹੋਇਆ ਸੀਗਾ। ਇਸ ਤੋਂ ਬਾਅਦ ਸਾਡੇ ਕੋਲ ਆ ਰਿਹਾ ਹੈ ਕਿ ਇਹਦੀ ਕੁਆਲੀਫਿਕੇਸ਼ਨ ਕੀ ਆ। ਇਹਦੀ ਕੁਆਲੀਫਿਕੇਸ਼ਨ ਗਾਇਜ਼ ਉਹੀ ਜਿਹੜੀ ਸਾਰਿਆਂ ਦੀ ਕੁਆਲੀਫਿਕੇਸ਼ਨ ਆ, ਉਹੀ ਇਹਨਾਂ ਦੀ ਕੁਆਲੀਫਿਕੇਸ਼ਨ ਆ ਕਿ ਜੀ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ, ਉਹ ਪਾਗਲ ਜਾਂ ਦੀਵਾਲੀਆ ਨਹੀਂ ਹੋਣਾ ਚਾਹੀਦਾ, ਉਹਦੇ ਕੋਲ ਕੋਈ ਆਫਿਸ ਆਫ ਪ੍ਰੋਫਿਟ ਨਹੀਂ ਹੋਣਾ ਚਾਹੀਦਾ, ਉਹ ਕੋਈ ਲਾਭਕਾਰੀ ਉਹਦੇ ਤੇ ਨਹੀਂ ਲੱਗਿਆ ਹੋਣਾ ਚਾਹੀਦਾ। ਬਸ ਇੱਕੋ ਚੀਜ਼ ਦਾ ਚੇਂਜ ਆ। ਅਗਰ ਤਾਂ ਤੁਸੀਂ ਵੋਟਾਂ 'ਚ ਖੜਾ ਰਹੇ ਹੋ ਲੋਕ ਸਭਾ ਨੂੰ ਤਾਂ ਬੰਦੇ ਦੀ ਉਮਰ ਹੋਣੀ ਚਾਹੀਦੀ ਹੈ 25 ਸਾਲ। ਅਗਰ ਤੁਸੀਂ ਵੋਟਾਂ 'ਚ ਖੜਾ ਰਹੇ ਹੋ ਰਾਜ ਸਭਾ ਦਾ ਮੈਂਬਰ ਤਾਂ ਬੰਦੇ ਦੀ ਉਮਰ ਹੋਣੀ ਚਾਹੀਦੀ ਆ 30 ਸਾਲ। ਬਸ ਇਹ ਇੱਕ ਇੰਨਾ ਕੁ ਚੇਂਜ ਆ, ਬਾਕੀ ਸਾਰੀਆਂ ਸ਼ਰਤਾਂ ਲਗਭਗ ਸੇਮ ਜਿਹੀਆਂ ਹੁੰਦੀਆਂ ਨੇ ਕਿ ਰਾਜ ਸਭਾ ਦਾ ਮੈਂਬਰ ਬਣਨ ਵਾਸਤੇ ਕਿੰਨੀ ਉਮਰ ਚਾਹੀਦੀ ਆ। ਰਾਜ ਸਭਾ ਦਾ ਮੈਂਬਰ ਬਣਨ ਵਾਸਤੇ ਸਾਨੂੰ ਉਮਰ ਚਾਹੀਦੀ ਹੈ 30 ਸਾਲ। ਆਪਾਂ ਨੇ ਲੋਕ ਸਭਾ ਦੇ ਵਿੱਚ ਗੱਲ ਕੀਤੀ ਸੀਗੀ, ਲੋਕ ਸਭਾ ਦੇ ਵਿੱਚ ਕਸਮ ਕੌਣ ਦਿਵਾਉਂਦਾ ਹੈ? ਪ੍ਰੈਜ਼ੀਡੈਂਟ। ਉਸੇ ਤਰੀਕੇ ਨਾਲ ਜਿਹੜੀ ਅਹੁਦੇ ਦੀ ਕਸਮਾਂ ਰਾਜ ਸਭਾ ਦੇ ਵਿੱਚ ਵੀ ਪ੍ਰੈਜ਼ੀਡੈਂਟ ਹੀ ਦਿਵਾਉਂਦਾ ਹੈ। मैं उम्मीद करदा कि तुहानूं राज्य सभा की सारी कंपोजिशन समझ आ गई होगी। अगर कोई भी डाउट आ, कुछ भी नहीं समझ आया, तुसीं कमेंट के जरिए पूछ सकते हो। फिलहाल आपां नैक्सट वीडियो में डिस्कशन करांगे अपनी जिहड़ी बाकी दी रहिंदी होगी या जिहड़े बाकी दे नवे टॉपिक आउणगे आपां नवीं वीडियोज़ दे विच डिस्कस करांगे। फिलहाल के लिए बहुत बहुत थैंक यू।